ਮੈਨੂੰ ਰੋੜਾ ਪੁੱਠਾ ਬਹੁਤ ਟੰਗਣ ਲੱਗ ਪਏ ਲੋਕਾਂ ਨੂੰ। ਸੋ ਇਹ ਪੁੱਠੇ ਟੰਗਣ ਦਾ ਕੀ ਰਾਜ ਹੈ ਜਾਂ ਅਚਾਨਕ ਕਿਉਂ ਇਹ ਖਿਆਲ ਚ ਆਇਆ ਕਿ ਯਾਰ ਇਹਨਾਂ ਬੰਦਿਆਂ ਨੂੰ ਮੈਂ ਪੁੱਠੇ ਟੰਗ ਦੂੰਗਾ? ਪਹਿਲਾਂ ਕਹਿੰਦੇ ਠੰਡੇ ਦੇਖੇ ਜਾਂਦੇ ਸੀਗੇ, ਹੁਣ ਕਹਿੰਦੇ ਥੋੜੇ ਜਿਹੇ ਤੱਤੇ ਚੱਲਣ ਲੱਗ ਗਏ। ਨਹੀਂ ਦੇਖੋ ਇਸ ਤਰ੍ਹਾਂ ਬਾਈ ਜੀ ਕਿ ਠੰਡੇ ਤੱਤੇ ਵਾਲਾ ਸਵਾਲ ਨਹੀਂ ਹੈਗਾ। ਜੇ ਠੰਡੇ ਹੋਣਾ ਨਰਮ ਹੋਣਾ ਚੰਗੀ ਗੱਲ ਹੈ, ਪਰ ਉਹਨੂੰ ਕਿਸੇ ਬੰਦੇ ਨੂੰ ਕਮਜ਼ੋਰੀ ਨਹੀਂ ਸਮਝ ਲੈਣੀ ਚਾਹੀਦੀ ਹੈਗੀ। ਪੁੱਠੇ ਜੇ ਕੋਈ ਸਿੱਧਾ ਕੰਮ ਨਹੀਂ ਕਰੂਗਾ ਤੇ ਪੁੱਠਾ ਤਾਂ ਆਪੇ ਟੰਗੇ ਹੀ ਜਾਣਾ ਚਾਹੀਦਾ। ਔਰ ਮੈਂ ਸਮਝਦਾ ਹਾਂ ਕਿ ਅਸੀਂ ਲੋਕ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਆ, ਸਰਕਾਰ 'ਚ ਹੁੰਦੇ ਆ, ਅਸੀਂ ਲੋਕਾਂ ਦੇ ਪੈਸਿਆਂ ਦੇ, ਪੰਜਾਬ ਦੇ ਖਜ਼ਾਨੇ ਦੇ ਅਸੀਂ ਚੌਂਕੀਦਾਰਾਂ, ਮਾਲਕ ਨਹੀਂ ਹੈਗੇ। ਤੇ ਚੌਂਕੀਦਾਰ ਦਾ ਫਰਜ਼ ਹੈ ਕਿ ਘਰ ਦੀ ਰਾਖੀ ਪੂਰੀ ਸਹੀ ਤਰੀਕੇ ਨਾਲ ਕਰਨਾ। ਜਦੋਂ ਤੁਸੀਂ ਟੈਂਡਰ ਲੈਂਦੇ ਹੋ ਜਿਹ 'ਚ ਨਵੇਂ ਇੱਟਾਂ ਦੇ ਰੇਟ ਨੇ ਤੇ ਲੱਗਦੀਆਂ ਉੱਥੇ ਉਸੇ ਪੁਰਾਣੇ ਫਰਸ਼ ਦੇ ਵਿੱਚੋਂ ਪੱਟ ਕੇ ਪੁਰਾਣੀਆਂ ਇੱਟਾਂ ਲੱਗਦੀਆਂ ਨੇ, ਤੇ ਫਿਰ ਫੁੱਲਾਂ ਦੇ ਹਾਰ ਤਾਂ ਨਹੀਂ ਪੈਣਗੇ, ਫਿਰ ਡਾਂਗ ਤਾਂ ਦੇਖੋ ਫਿਰੂਗੀ ਹੋਈ। ਤੇ ਇਸ ਕਰਕੇ ਜਦੋਂ ਉੱਥੇ ਮੌਕੇ ਤੇ ਗਏ ਤੇ ਦੇਖਿਆ ਵੀ ਆਹ ਗੜਬੜ ਘੁਟਾਲਾ ਚੱਲ ਰਿਹਾ ਜਿਹੜਾ ਪਿਛਲੀਆਂ ਸਰਕਾਰਾਂ ਚੱਲਦਾ ਰਿਹਾ ਹੈ, ਤੇ ਉੱਥੇ ਫਿਰ ਗਰਮ ਵੀ ਹੋਏ, ਉਹਨਾਂ ਨੂੰ ਖਿਚਾਈ ਵੀ ਕੀਤੀ। ਤੇ ਉਹਦਾ ਇੰਪੈਕਟ ਇਹ ਹੋਇਆ ਕਿ ਮੈਂ ਸੰਡੇ ਨੂੰ ਗਿਆ ਸੀ 2-2:30 ਵਜੇ, ਤੇ ਮੰਡੇ ਨੂੰ 10 ਵਜੇ ਨੂੰ ਸਾਰੀਆਂ ਇੱਟਾਂ ਰਿਪਲੇਸ ਹੋ ਗਈਆਂ, ਸਾਰੀਆਂ ਪਾਈਪਾਂ ਰਿਪਲੇਸਡ ਹੋ ਗਈਆਂ। ਹੁਣ ਪਰਸੋਂ ਸੰਡੇ ਨੂੰ ਫੇਰ ਹੋ ਕੇ ਆਇਆ, ਸਾਰੇ ਚੈਂਬਰ ਨੇ ਜਿਹੜੇ ਉਹ ਨਵੀਆਂ ਇੱਟਾਂ ਨਾਲ, ਨਵੀਆਂ ਪਾਈਪਾਂ ਨਾਲ ਬਣ ਚੁੱਕੇ। ਹੁਣ ਜੇ ਮੈਂ ਨਾ ਉਹ ਕਰਦਾ ਤੇ ਉਹ ਚੈਂਬਰ ਨੇ ਜਿਹੜੇ, ਕਿਉਂਕਿ ਪੁਰਾਣੀਆਂ ਇੱਟਾਂ ਨਾਲ ਨੇ, ਮਾੜੀਆਂ ਪਾਈਪਾਂ ਨੇ, ਉਹ ਚੈਂਬਰ ਬੈਠ ਜਾਂਦੇ। ਉੱਥੇ ਸਟਰੀਟ ਵੈਂਡਿੰਗ ਜ਼ੋਨ ਬਣ ਰਿਹਾ, ਸਬਜ਼ੀ ਮੰਡੀ ਬਣ ਰਹੀ ਹੈ, ਉਹੀ ਗੰਦਾ ਪਾਣੀ ਸੀਵਰੇਜ ਦਾ ਨਿਕਲ ਕੇ ਸਬਜ਼ੀਆਂ ਦੇ ਵਿੱਚ ਰਲਦਾ ਤੇ ਉਹੀ ਲੋਕਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਸਹੀ ਕੰਮਾਂ ਵਾਸਤੇ ਤੁਸੀਂ ਜਦੋਂ ਸਰਕਾਰ ਦਾ ਮੈਂਡੇਟ ਕਲੀਅਰ ਹੈ, ਮਾਨ ਸਾਹਿਬ ਦਾ ਮੈਂਡੇਟ ਕਲੀਅਰ ਹੈ ਕਿ ਨਾ ਚਵਾਨੀ ਖਾਣੀ ਹੈ ਤੇ ਨਾ ਕਿਸੇ ਨੂੰ ਖਾਣ ਦੇਣੀ। ਅਸੀਂ ਤਾਂ ਜਿਹੜੀਆਂ ਪਿਛਲੇ ਪਹਿਲਾਂ ਖਾ ਕੇ ਢਕਾਰ ਮਾਰੀ ਖੜੇ ਨੇ, ਅਸੀਂ ਤਾਂ ਉਹਨਾਂ ਦੇ ਵਿੱਚੋਂ ਕੱਢਣ ਲੱਗੇ ਹੋਏ ਆ। ਉਹ ਕਹਿੰਦੇ ਆ ਵੀ ਖੋਰੇ ਹੁੰਦੇ ਆ, ਜਿਹਨਾਂ ਨੂੰ ਕਹਿੰਦੇ ਖੋਰੇ ਲਾਤੇ, ਛੋਟੀਆਂ ਇੱਟਾਂ। ਸੋ ਉਹ ਇੱਕ ਤੇ ਇੱਟਾਂ ਨੂੰ ਖੋਰੇ ਕਹਿੰਦੇ, ਇੱਕ ਵੈਸੇ ਖੋਰਾ ਲੱਗਣਾ ਹੁੰਦਾ, ਬਹੁਤ ਥਾਵਾਂ ਤੇ ਖੋਰਾ ਲੱਗਿਆ ਹੁੰਦਾ। ਜੇ ਖੋਰਾ ਲੱਗਿਆ ਨਾ ਜੀ, ਤਾਂ ਹੀ ਪੰਜਾਬ ਅੱਜ 3 ਲੱਖ ਕਰੋੜ ਦਾ ਕਰਜ਼ਾ ਹੀ ਹੋ ਗਿਆ, ਨਹੀਂ ਕਰਜ਼ਾ ਹੀ ਨਹੀਂ ਹੁੰਦਾ ਸੀਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤਾਂ ਜਿਹੜਾ ਸਹੀ ਕੰਮ ਕਰੂਗਾ ਉਹਦੀ ਪਿੱਠ ਤੇ ਵੀ ਖੜਾਂਗੇ, ਜਿਹੜਾ ਗਲਤ ਕੰਮ ਕਰੂ। ਮੈਂ ਠੇਕੇਦਾਰਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਜੇ ਕੋਈ ਤੁਹਾਡੇ ਕੋਲੋਂ ਕੋਈ ਮਹਿਕਮੇ ਦਾ ਅਫਸਰ ਚਵਾਨੀ ਮੰਗਦਾ ਤੁਸੀਂ ਮੈਨੂੰ ਦੱਸੋ, ਉਹਨੂੰ ਸਿੱਧਾ ਕਿਵੇਂ ਕਰਨਾ, ਮੇਰਾ ਕੰਮ ਹੈ, ਪਰ ਤੁਸੀਂ ਆਪਦਾ ਕੰਮ ਸਹੀ ਤਰੀਕੇ ਨਾਲ ਕਰੋ। ਸੋ ਉਹਦਾ ਇੰਪੈਕਟ, ਇਹ ਮਾਮਲਾ ਚਲੋ ਸਾਹਮਣੇ ਆ ਗਿਆ, ਹਾਲਾਂਕਿ ਚਲੋ ਇਹ ਤੁਸੀਂ ਆਪਦੇ ਉੱਥੇ ਜਾ ਕੇ ਦੇਖ ਲਿਆ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਮੈਨੂੰ ਲੱਗਦਾ ਵੀ 80% ਅਗਰ ਹਾਲਾਤ ਅਸੀਂ ਕਿਤੇ ਵੀ ਨਜ਼ਰ ਮਾਰ ਲਈਏ ਤਾਂ ਇਦਾਂ ਦੀਆਂ ਚੀਜ਼ਾਂ ਅਸੀਂ ਅਕਸਰ ਦੇਖਦੇ ਹਾਂ। ਮੈਂ ਤੁਹਾਨੂੰ ਆਪਦੀ ਇੱਕ ਐਗਜ਼ਾਮਪਲ ਦੇ ਦਿੰਦਾ ਕਿ ਮੈਂ ਇੱਕ ਵਾਰੀ ਇਦਾਂ ਹੀ ਜਾ ਰਿਹਾ ਤੇ ਸੜਕ, ਮੀਂਹ ਪੈ ਰਿਹਾ, ਸੜਕ ਬਣ ਰਹੀ ਹੈ, ਸਾਈਡ ਤੇ ਮਿੱਟੀ ਪਈ ਹੈ, ਮਿੱਟੀ ਦੇ ਉੱਤੇ ਬਜਰੀ ਪਾਈ ਜਾ ਰਹੀ ਹੈ। ਇਹ ਐਸੀ ਜਿਹੜੀ ਗੜਬੜ ਹੈ, ਮਟੀਰੀਅਲ ਵੀ ਉਹੀ ਪੈ ਰਿਹਾ, ਪੈਸਾ ਲੋਕਾਂ ਦਾ ਉਹੀ ਲੱਗ ਰਿਹਾ, ਪਰ ਉੱਥੇ ਇੱਕ ਬਦਨੀਤੀ ਜਾਂ ਫਿਰ ਉਹਨਾਂ ਦੀ ਮਨਸ਼ਾ, ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਉੱਥੇ ਤਾਂ ਹਾਂ ਮਾਈਂਡ ਸੈੱਟ ਆ ਜਿਹੜਾ, ਉਹ ਤਾਂ ਤੁਸੀਂ ਕਰ ਲਿਆ। ਮਾਈਂਡ ਸੈੱਟ ਕਿਵੇਂ ਠੀਕ ਕਰਨਾ, ਔਰ ਇੱਕ ਉਦਾਹਰਨ ਹੈ ਜਿਹੜੀ ਪੂਰੇ ਪੰਜਾਬ 'ਚ ਕਿਵੇਂ ਸੁਨੇਹਾ ਭੇਜਣਾ ਵੀ ਬੰਦੇ ਬਣ ਜਾਓ, ਇਹ ਤਾਂ ਨਿਬੜ ਲਿਆ, ਤੇ ਜਿਹੜਾ ਕਰੂਗਾ ਬਖਸ਼ਣਾ ਕਿਸੇ ਨੂੰ ਨਹੀਂ। ਦੇਖੋ ਬਰਾੜ ਸਾਹਿਬ, ਗੱਲ ਇਹ ਹੈ ਵੀ ਜਿਹੜੀ ਤੁਸੀਂ ਕਹਿੰਦੇ ਵੀ ਗੱਲ ਨਵੀਂ ਨਹੀਂ ਹੈਗੀ, ਗੱਲ ਪੁਰਾਣੀ ਤੁਰੀ ਹੁੰਦੀ, ਪਰ ਇਹ ਜਿਹੜੀ ਪੁਰਾਣੀ ਗੱਲ ਕਦੇ ਤਾਂ ਨਵੀਂ ਹੋਊਗੀ ਨਾ। ਜੇ ਉਦੋਂ ਮਾੜੀਆਂ ਪਿਰਤਾਂ ਪਈਆਂ ਤੇ ਅੱਜ ਮਾੜੀਆਂ ਪਿਰਤਾਂ ਆਦਤਾਂ ਬਣ ਚੁੱਕੀਆਂ, ਜੇ ਅੱਜ ਅਸੀਂ ਉਹਨਾਂ ਪਿਰਤਾਂ ਨੂੰ, ਮਾੜੀਆਂ ਨੂੰ ਖਤਮ ਕਰਕੇ ਚੰਗੀਆਂ ਪਿਰਤਾਂ ਪਾਵਾਂਗੇ। ਮੈਂ ਤਾਂ ਸਿਰਫ ਔਰ ਸਿਰਫ ਉੱਥੇ ਗਿਆ ਸੀਗਾ, ਅਚਨਚੇਤ ਗਿਆ ਸੀਗਾ, 15 ਮਿੰਟ 'ਚ ਮੈਂ ਉਹਦਾ ਕੰਮ ਨਿਬੇੜ ਕੇ ਆ ਗਿਆ, ਪਰ ਅੱਜ 9 ਦਿਨ ਹੋ ਗਏ ਮੀਡੀਆ ਦੇ, ਤੁਹਾਡੇ ਚਾਹੇ ਮੈਂ ਤਾਂ ਇਕੱਲਾ ਇੱਕ ਥਾਂ ਤੇ ਗਿਆ, ਤੁਹਾਡੇ ਜ਼ਰੀਏ ਅੱਜ ਲੱਖਾਂ ਲੋਕ ਨੇ ਜਿਹੜੇ ਉਹ ਦੇਖਣਗੇ, ਮੈਸੇਜ ਸਹੀ ਜਾਊਗਾ। ਮੈਸੇਜ ਅਸੀਂ ਆਹੀ ਲੋਕਾਂ ਨੂੰ ਦੇਣਾ ਚਾਹੁੰਦੇ ਆ ਵੀ ਜੋ ਪਹਿਲਾਂ ਮਾੜੇ ਕੰਮ ਹੋਲੇ ਉਹ ਅਸੀਂ ਨਹੀਂ ਝੱਲਣੇ ਹੈਗੇ। ਹੋ ਸਕਦਾ ਪਿਛਲੇ ਕੰਮਾਂ ਦੇ ਵਿੱਚ ਵੀ ਜੇ ਕਰੋੜ ਦਾ ਟੈਂਡਰ ਦਿੱਤਾ ਹੈ ਤੇ ਹੋ ਸਕਦਾ ਮੰਤਰੀ ਜਾਂ ਉੱਪਰਲੇ ਅਫਸਰ ਤੱਕ ਉਹ ਕਹਿੰਦੇ ਹੁਣ ਵੀ ਤੀਜਾ ਹਿੱਸਾ ਸਾਨੂੰ ਭੇਜ, ਅਸੀਂ ਕਹਿੰਦੇ ਜੇ ਰੁਪਈਏ ਦਾ ਸਵਾ ਕਰਕੇ ਲਾਓਗੇ ਤਾਂ ਸਹੀ ਹੈ, ਜੇ ਕੋਈ ਨਹੀਂ ਸਹੀ ਲਾਊਗਾ ਤਾਂ ਪੁੱਠੇ ਟੰਗਾਂਗੇ। ਮੈਸੇਜ ਸਹੀ ਚੱਲ ਜੂਗਾ, ਲੋਕਾਂ ਦੇ ਵਿੱਚੋਂ ਹੀ ਇਨਫੋਰਮੇਸ਼ਨ ਆਉਣ ਲੱਗ ਜੂਗੀ, ਤੇ ਜਦੋਂ ਇਨਫੋਰਮੇਸ਼ਨ ਆਉਣ ਲੱਗ ਜੂਗੀ ਆਪੇ ਸਾਰਾ ਕੰਮ ਸਹੀ ਹੋ ਜੂਗਾ। ਅਮਨ ਜੀ, ਇੱਕ ਦੇਖੋ ਪੰਜਾਬ ਦੇ ਵਿੱਚ ਲੋਕਾਂ ਨੇ ਤੁਹਾਨੂੰ ਇੱਕ ਵੱਡਾ ਪ੍ਰਚੰਡ ਬਹੁਮਤ ਦਿੱਤਾ, ਮਤਲਬ ਉਮੀਦ ਤੁਹਾਡੀ ਵੀ ਉਮੀਦ ਸ਼ਾਇਦ ਇੰਨੀ ਨਹੀਂ ਸੀ ਜਿੰਨਾ ਦਿੱਤਾ, ਤਾਂ ਉਹਦੇ ਪਿੱਛੇ ਲੋਕ ਚਾਹੁੰਦੇ ਕੀ ਆ? ਲੋਕਾਂ ਦਾ ਮਕਸਦ ਤਾਂ ਇਹ ਹੈ ਨਾ ਕਿ ਭਾਈ ਅਸੀਂ ਤੁਹਾਨੂੰ ਤਾਂ ਚੁਣਿਆ, ਤਾਂ ਤੁਹਾਨੂੰ ਇੰਨਾ ਵੱਡਾ ਬਹੁਮਤ ਦਿੱਤਾ ਹੈ ਕਿ ਹੁਣ ਸਾਡੇ ਹਾਲਾਤ ਬਦਲ ਜਾਣ। ਜੋ ਅਸੀਂ ਬੁਨਿਆਦੀ ਸਹੂਲਤਾਂ ਦੀ ਗੱਲ ਹੀ ਹੁੰਦੀ ਆ, ਸਿਹਤ, ਸਿੱਖਿਆ, ਜਾਂ ਫਿਰ ਜਿਹੜੇ ਗਲੀਆਂ ਨਾਲੀਆਂ ਉਹੀ ਜਿਹੜੀਆਂ 75 ਸਾਲ ਵਾਲੇ ਮੁੱਦੇ ਉਹ ਹਾਲੇ ਪੈਂਡਿੰਗ ਪਏ ਨੇ। ਤਾਂ ਅਮਨ ਅਰੋੜਾ ਦਾ ਵਿਜ਼ਨ ਕੀ ਹੈ? ਕਿਉਂਕਿ ਜ਼ਿੰਮੇਵਾਰੀ ਤੁਹਾਡੇ ਕੋਲੇ ਸ਼ਹਿਰੀ ਵਿਕਾਸ ਦੀ ਆ ਗਈ, ਸਰਕਾਰ ਦੇ ਵਿੱਚੋਂ ਦੂਜੇ ਮਹਿਕਮੇ ਦੇ ਵਿੱਚ ਵੀ ਦਖਲਅੰਦਾਜ਼ੀ ਹੋ ਜਾਂਦੀ ਆ, ਤਾਂ ਐਸਾ ਵਿਜ਼ਨ ਜ਼ਿਹਨ ਦੇ ਵਿੱਚ ਚੱਲਣਾ ਸ਼ੁਰੂ ਹੋ ਗਿਆ? ਕਿਉਂਕਿ ਤੁਹਾਡਾ ਤਾਂ ਪੁਰਾਣਾ
ਸਿਆਸੀ ਤਜਰਬਾ ਵੀ ਆ ਤੁਹਾਡੇ ਪਿਤਾ ਜੀ ਦੇ ਕੀਤੇ ਕੰਮਾਂ ਨੂੰ ਅੱਜ ਤੱਕ ਲੋਕ ਯਾਦ ਕਰਦੇ ਆ ਤਾਂ ਅਮਨ ਅਰੋੜਾ ਸੋਚਦੇ ਆ ਕਿ ਅਮਨ ਅਰੋੜਾ ਨੇ ਵੀ ਕੁਝ ਐਸੀਆਂ 2-4 ਚੀਜ਼ਾਂ ਕਰਨੀਆਂ ਕਿ ਮੇਰੇ ਬਾਪ ਵਾਂਗੂ ਮੈਨੂੰ ਵੀ ਲੋਕ ਯਾਦ ਰੱਖਣ, ਤੇ ਜੇ ਅਮਨ ਅਰੋੜਾ ਨੇ ਕੋਈ ਗੜਬੜ ਕੀਤੀ ਤਾਂ ਲਾਂਭਾ ਯਾਨੀ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਹੁਣ ਤੱਕ ਸਮਝਿਆ ਉਹਨਾਂ ਚੋਂ ਕਿਹੜੀਆਂ ਚੀਜ਼ਾਂ ਤੁਸੀਂ ਫੋਕਸਡ ਹੁਣ ਲੈ ਕੇ ਚੱਲਦੇ ਹੋ ਸੁਧਾਰਨ ਵਾਲੀਆਂ? ਦੇਖੋ, ਇੱਕ ਤਾਂ ਮੈਂ ਸਮਝਦਾ ਕਿ ਇੱਕ ਤਾਂ ਅਸੀਂ 10 ਮਹੀਨਿਆਂ ਦੇ ਵਿੱਚ ਕਾਫੀ ਹੱਦ ਤੱਕ ਕਰ ਲਿਆ। ਜਿਹੜਾ ਇੱਕ ਟਰਸਟ ਡੈਫਿਸਿਟ ਸੀਗਾ, ਜਿਹੜਾ ਪੰਜਾਬ ਦੇ ਲੋਕਾਂ ਦਾ ਇੱਕ ਮਨ ਬਣ ਚੁੱਕਿਆ ਸੀਗਾ, ਇੱਕ ਗੱਲ ਘਰ ਕਰ ਚੁੱਕੀ ਸੀਗੀ ਵੀ ਕੋਈ ਰਾਜਨੀਤਿਕ ਲੀਡਰ, ਕੋਈ ਪੋਲੀਟੀਕਲ ਪਾਰਟੀ, ਕੋਈ ਸਰਕਾਰ ਇਮਾਨਦਾਰ ਹੋ ਹੀ ਨਹੀਂ ਸਕਦੀ ਹੈਗੀ। ਇੱਕ ਤਾਂ ਇਹ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿ ਉਹ ਅਸੀਂ ਟਾਰਗੇਟ ਅਚੀਵ ਕਰ ਲਿਆ। ਅੱਜ ਹੋ ਸਕਦਾ ਨਵੇਂ ਆ, ਹੋ ਸਕਦਾ ਕੋਈ ਕਮੀ ਪੇਸ਼ੀ ਗਲਤੀ ਹੋ ਜੇ ਤਾਂ ਅਲੱਗ ਹੈ, ਪਰ ਸਾਡੀ ਇੰਟੈਂਸ਼ਨ ਹੈ ਜਿਹੜੀ ਉਹ ਮਾੜੀ ਨਹੀਂ ਹੈਗੀ। ਨੰਬਰ 1 ਆ। ਨੰਬਰ 2, ਜਿਹੜੇ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ, ਦੇਖੋ ਗੱਲ ਇਹ ਹੈ ਕਿ ਮੈਨੂੰ ਤਾਂ ਇਸ ਗੱਲ ਦੇ ਲਈ ਮੈਂ ਸਮਝਦਾ ਕਿ ਮੇਰੇ ਤੋਂ ਵੱਡਾ ਖੁਸ਼ਕਿਸਮਤ ਕੋਈ ਨਹੀਂ ਵੀ ਅੱਜ ਮੇਰੇ ਪਿਤਾ ਜੀ ਦੇ ਜਾਣ ਤੋਂ 22 ਸਾਲ ਬਾਅਦ ਵੀ ਲੋਕ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਲੋਕ ਮੈਨੂੰ ਪਿਆਰ ਕਰਦੇ ਨੇ। ਸੋ ਉਹਨਾਂ ਹੀ ਪਦ ਚਿੰਨ੍ਹਾਂ ਦੇ ਉੱਪਰ ਚੱਲਦੇ ਹੋਏ ਕੋਸ਼ਿਸ਼ ਹੈ ਕਿ ਜਿੱਥੇ ਤੱਕ ਹਲਕੇ ਦਾ ਸਵਾਲ ਹੈ ਵੀ ਇੱਕ ਰਿਕਾਰਡ ਤੋੜ ਵਿਕਾਸ ਹੈ ਜਿਹੜਾ ਉਹ ਓਵਰਆਲ ਸਰਵਪੱਖੀ, ਜਿਵੇਂ ਉਹਨਾਂ ਦਾ ਬੇਸਿਕਲੀ ਸੜਕਾਂ ਦੇ ਲਈ ਜਾਂ ਗ੍ਰਿਡਾਂ ਦੇ ਲਈ ਉਹ ਉਹਨਾਂ ਦਾ ਕੰਮ ਹੈ ਜਿਹੜਾ ਜਾਣਿਆ ਜਾਂਦਾ ਸੀਗਾ, ਓਵਰਆਲ ਵਿਕਾਸ ਹੈ ਜਿਹੜਾ ਉਹ ਕੀਤਾ ਜਾਵੇ। ਜਿੱਥੇ ਤੱਕ ਸਰਕਾਰ ਦੀ ਜਾਂ ਮੇਰੇ ਮਹਿਕਮੇ ਦੀ ਗੱਲ ਹੈ, ਅਸੀਂ ਜਿਹੜੇ ਹੁਣ ਸਪੋਜ਼ ਮੈਂ ਹਾਊਸਿੰਗ ਦੀ ਗੱਲ ਕਰਾਂ ਤੇ ਹਾਊਸਿੰਗ ਦੇ ਵਿੱਚ ਅਸੀਂ ਸਾਰੀਆਂ ਪਾਵਰਸ ਨੇ ਜਿਹੜੀਆਂ ਉਹ ਡੀਸੈਂਟਰਲਾਈਜ਼ ਕੀਤੀਆਂ ਨੇ, ਸਿਸਟਮ ਨੂੰ ਪੂਰੇ ਨੂੰ ਟਰਾਂਸਪੇਰੈਂਟ ਕੀਤਾ ਹੈ। ਹਾਊਸਿੰਗ ਡਿਪਾਰਟਮੈਂਟ ਜਿਹੜਾ ਇੱਕ ਜਿਹਦੀ ਜ਼ਿੰਮੇਵਾਰੀ ਪਲਾਨਡ ਡਿਵੈਲਪਮੈਂਟ ਦੇਣ ਦੀ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚ, ਉਹ ਦਿੱਤਾ ਨਹੀਂ। ਤੇ ਲੀਡਰ ਨੇ ਜਿਹੜੇ ਸਿਰਫ ਉਹ ਆਪ ਕੋਲੋਨਾਈਜੇਸ਼ਨ ਦੇ ਵਿੱਚ ਪੈ ਗਏ, ਜਿਹਦੀ ਵਜ੍ਹਾ ਕਰਕੇ 14 ਅਸੀਂ ਇਲੀਗਲ ਕੋਲੋਨੀ। ਸੋ ਸਾਰੇ ਸਿਸਟਮ ਨੂੰ ਅਸੀਂ ਰਿਫਾਈਨ ਕਰਨ ਲੱਗੇ, ਸਾਰੇ ਸਿਸਟਮ ਨੂੰ ਸਟਰੈਂਥਨ ਕਰਨ ਲੱਗੇ, ਸਾਰੇ ਸਿਸਟਮ ਨੂੰ ਟਰਾਂਸਪੇਰੈਂਟ ਕਰਨ ਲੱਗਿਆ। ਮੈਂ ਕਹਿੰਦਾ ਵੀ ਜਿਹੜਾ ਸਾਡਾ ਐਜ਼ ਏ ਮਿਨਿਸਟਰ ਜਾਂ ਮਾਨ ਸਾਹਿਬ ਦਾ ਐਜ਼ ਮੁੱਖ ਮੰਤਰੀ ਸਾਡਾ ਕੰਮ ਹੈ ਜਿਹੜਾ ਪੋਲਿਸੀ ਮੇਕਿੰਗ ਹੋਣਾ, ਜਿਹਦੇ ਪੋਲਿਸੀ ਮੇਕਿੰਗ ਹੈ ਜਿਹੜੀ ਉਹ ਇੰਨੀ ਕੁ ਪਬਲਿਕ ਸੈਂਟਰਿਕ ਤੇ ਪਬਲਿਕ ਓਰੀਐਂਟਡ ਔਰ ਪਬਲਿਕ ਫਰੈਂਡਲੀ ਹੋਣੀ ਚਾਹੀਦੀ ਹੈ ਕਿ ਸਿਸਟਮ ਆਪਣੇ ਆਪ ਆਟੋ ਮੋਡ ਦੇ ਵਿੱਚ ਚੱਲੇ, ਕੋਈ ਉਸ ਤੋਂ ਹੇਰ-ਫੇਰ ਕਰਨ ਦੀ ਕੋਸ਼ਿਸ਼ ਨਾ ਕਰ ਸਕੇ। ਸੋ ਮੈਂ ਸਮਝਦਾ ਕਿ ਇਹੀ ਚੀਜ਼ਾਂ ਨੇ। ਹੁਣ ਜੇ ਸਪੋਜ਼ ਆਪਾਂ ਦਿੱਲੀ ਦੀ ਕੰਪੈਰੀਜ਼ਨ ਕਰ ਲਈਏ ਤੇ ਗਵਰਨੈਂਸ 7-8 ਸਾਲਾਂ ਦੇ ਵਿੱਚ ਆਟੋ ਮੋਡ ਦੇ ਵਿੱਚ ਪੈ ਚੁੱਕੀ, ਕਿਉਂਕਿ ਇੰਟੈਂਸ਼ਨ ਸਰਕਾਰ ਦੀਆਂ ਕਲੀਅਰ ਨੇ। ਉਹੀ ਕੰਮ ਇੱਥੇ ਮਾਨ ਸਾਹਿਬ ਸਰਕਾਰ ਦੇ ਵਿੱਚ ਅਸੀਂ ਲੋਕ ਆਪਦੇ ਮਹਿਕਮੇ ਦੇ ਵਿੱਚ ਕਰਨਾ ਚਾਹੁੰਦੇ ਹਾਂ। ਸੋ ਇਹ ਇਸ਼ੂਜ਼ ਨੇ ਜਿਹੜੇ ਅੱਜ ਕਰਨੇ ਬਣਦੇ ਨੇ। ਔਰ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਔਰ ਮੈਂ ਸਮਝਦਾ ਕਿ ਪੋਸੀਬਲ ਹੈ, ਇਹ ਡੂਏਬਲ ਹੈ, ਇਹ ਅਚੀਵੇਬਲ ਹੈ। ਔਰ ਨੀਅਤ ਸਾਫ਼ ਹੋਵੇ ਨਾ ਜੀ, ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਿੱਥੇ ਜਹਾਂ ਚਾਹ ਵਹਾਂ ਰਾਹ। ਮੈਨੂੰ ਤੁਸੀਂ ਬਾਈ ਜੀ ਅੱਜ 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਪੰਜਾਬ ਦੇ ਉੱਪਰ ਚੜ੍ਹ ਗਿਆ। 1985-86 ਦੇ ਵਿੱਚ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗਾ। ਅੱਜ ਤੱਕ ਕਦੇ ਤੁਸੀਂ ਕਦੇ ਮਿਨਿਸਟਰ ਨੂੰ ਬੈਂਕਰਪਟ ਹੁੰਦੇ ਦੇਖਿਆ? ਅੱਜ ਤੱਕ ਕਦੇ ਕਿਸੇ ਤੁਸੀਂ ਬਿਊਰੋਕਰੈਟ ਨੂੰ ਬੈਂਕਰਪਟ ਹੁੰਦੇ ਦੇਖਿਆ? ਜੇ ਇਹ ਲੋਕ ਨਹੀਂ ਬੈਂਕਰਪਟ ਹੋਏ ਤੇ ਪੰਜਾਬ ਕਿਵੇਂ ਬੈਂਕਰਪਟ ਹੋ ਗਿਆ? ਇਹ ਅੱਜ ਲੋਕਾਂ ਵੱਲੋਂ ਸਵਾਲ ਪੁੱਛਣਾ ਬਣਦਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਕਰਨ ਲੱਗੇ ਹੋਏ। ਔਰ ਮੈਂ ਸਮਝਦਾ ਕਿ ਤੁਸੀਂ ਚੰਗੇ ਕੰਮ ਜਦੋਂ ਕਰਦੇ ਹੋ ਤੇ ਲੋਕ ਰਹਿੰਦੀ ਦੁਨੀਆ ਤੱਕ ਤੁਹਾਨੂੰ ਯਾਦ ਕਰਦੇ ਨੇ। ਅੱਛਾ ਅਰੋੜਾ ਸਾਹਿਬ, ਇੱਕ ਚੀਜ਼ ਜਦੋਂ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ, ਓਬਵੀਅਸਲੀ ਸਰਕਾਰ ਦੇ ਬਿਆਨਾਂ 'ਚੋਂ ਵੀ ਇਹ ਚੀਜ਼ ਝਲਕਦੀ ਹੈ ਜਾਂ ਮਨਸ਼ਾ ਵੀ ਹੁੰਦੀ ਹੈ ਕਿ ਜਿਹੜਾ ਬੰਦਾ ਪੰਜਾਬ ਆਵੇ ਉਹਨੂੰ ਉਹ ਪੰਜਾਬ ਲੱਗੇ। ਤੁਹਾਡੇ ਕੋਲੇ ਮਹਿਕਮਾ ਜਿਹੜਾ ਹੈ ਉਹ ਸ਼ਹਿਰੀ ਵਿਕਾਸ ਦਾ ਹੈ ਨਾ, ਅਰਬਨ ਡਿਵੈਲਪਮੈਂਟ ਦਾ ਹੈ। ਸ਼ਹਿਰੀ ਵਿਕਾਸ ਕਰਨਾ, ਪੰਜਾਬ ਦੇ ਵੱਡੇ ਸ਼ਹਿਰ, ਪੰਜਾਬ ਦੀਆਂ ਲੁਕਸ। ਮੇਰਾ ਸਵਾਲ ਮਤਲਬ ਲੁਕਸ ਨੂੰ ਲੈ ਕੇ ਹੈ ਕਿ ਤੁਸੀਂ ਕਿਸ ਤਰੀਕੇ ਦੀਆਂ ਐਸੀਆਂ ਚੇਂਜਸ ਬਾਰੇ ਸੋਚ ਰਹੇ ਹੋ ਕਿ ਜੇ ਬੰਦਾ ਐਂਟਰ ਕਰੇ ਤਾਂ ਉਹਨੂੰ ਲੱਗੇ ਕਿ ਪੰਜਾਬ ਹੈ। ਜਿਵੇਂ ਹੁਣ G20 ਕਰਾਇਆ ਜਾ ਰਿਹਾ ਹੈ, ਅੰਮ੍ਰਿਤਸਰ ਦੇ ਵਿੱਚ ਹੋ ਰਿਹਾ, ਤਾਂ ਉਹਨੂੰ ਲੈ ਕੇ ਤਿਆਰੀ ਚੱਲ ਰਹੀ ਹੈ। ਕਿਸੇ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਉਦੋਂ ਸ਼ਾਇਦ ਅਕਾਲੀ ਸਰਕਾਰ ਸੀ, ਜਦੋਂ ਉਹਨਾਂ ਨੇ ਕਿਹਾ ਕਿ ਵਾਈਟ ਕਰ ਦਿਓ ਪੂਰੇ ਸ਼ਹਿਰ ਨੂੰ, ਲੁੱਕ ਲੱਗੇ ਜਦੋਂ ਮਨਾਇਆ ਜਾ ਰਹੇ ਸੀ ਉੱਥੇ ਵੱਡੇ ਸਮਾਗਮ। ਰੰਗਲੇ ਪੰਜਾਬ ਦੀ ਤੁਸੀਂ ਗੱਲ, ਮਤਲਬ ਲੁੱਕਸ, ਚਾਹੇ ਉਹ ਸਾਈਨ ਬੋਰਡਸ ਹੋਣ, ਚਾਹੇ ਉਹ ਹੋਰ ਸ਼ਹਿਰਾਂ ਦੀ ਐਂਟਰੈਂਸ ਪੁਆਇੰਟਸ ਹੋਣ, ਕੋਈ ਉਸ ਨੂੰ ਲੈ ਕੇ ਕੋਈ ਰੂਟ ਮੈਪ ਕੋਈ ਕੀਤਾ ਤਿਆਰ? ਦੇਖੋ ਬਰਾੜ ਸਾਹਿਬ, ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਸੀਂ ਵੈਸੇ ਤਾਂ ਹਰੇਕ ਮਹਿਕਮੇ ਦੇ ਵਿੱਚ ਹੀ ਆਪੋ ਆਪਣੇ ਉਹਨਾਂ ਦੇ ਜਿਹੜੇ ਪੋਜ਼ਿਟਿਵ ਨੈਗੇਟਿਵ ਐਂਗਲਸ ਨੇ ਉਹਨਾਂ ਦੇ ਕੰਮ ਕਰਨ ਦਾ ਨਜ਼ਰੀਆ ਹੁੰਦਾ ਹੈ। ਪਰ ਮੇਰਾ ਜਿਹੜਾ ਆਪਣਾ ਨਜ਼ਰੀਆ ਔਰ ਮੇਰੇ ਮਹਿਕਮੇ ਦੀ ਮੈਂ ਸਮਝਦਾ ਕਿ ਡਿਮਾਂਡ ਉਹੀ ਹੈ ਔਰ ਪੰਜਾਬ ਦੀ ਡਿਮਾਂਡ ਉਹੀ ਹੈ ਕਿ ਵੈਸੇ ਤਾਂ ਇੱਕ ਜਿਹੜਾ ਤੁਸੀਂ ਕਿਹਾ ਵੀ ਜਿਹੜੀ ਦਿੱਖ ਪੱਖੋਂ ਜਾਂ ਉਹ ਚੀਜ਼ਾਂ ਦੇ ਚਾਹੀਦੀਆਂ ਨੇ। ਉਸ ਤੋਂ ਬਾਅਦ ਕੰਸੈਪਟ ਆਇਆ ਸਮਾਰਟ ਸਿਟੀਜ਼ ਦਾ। ਅੱਜ ਜਿਹੜਾ ਵਰਲਡ ਓਵਰ ਕੰਸੈਪਟ ਚੱਲ ਰਿਹਾ ਹੈ ਨਾ ਜੀ, ਅਰਬਨ ਡਿਵੈਲਪਮੈਂਟ ਦਾ, ਪਲਾਨਡ ਡਿਵੈਲਪਮੈਂਟ ਦਾ, ਉਹ ਸਸਟੇਨੇਬਲ ਸਿਟੀਜ਼ ਦਾ ਚੱਲ ਰਿਹਾ ਹੈ। ਸਸਟੇਨੇਬਲ ਸਿਟੀਜ਼ ਦਾ ਮੀਨਸ ਵੀ ਉਹਦੇ ਵਿੱਚ ਇਕਨੋਮਿਕਲ ਯਾਨੀ ਕਿ ਫਾਈਨੈਂਸ਼ੀਅਲ, ਉਹਦੇ ਚ ਸੋਸ਼ਲ, ਉਹਦੇ ਵਿੱਚ ਐਨਵਾਇਰਮੈਂਟਲ। ਠੀਕ ਹੈ। ਇਕਨੋਮਿਕ ਹੋਊਗਾ ਵੀ ਉਹ ਸ਼ਹਿਰ ਇੰਨਾ ਕੁ ਮਜ਼ਬੂਤ ਹੋਵੇ ਕਿ ਉੱਥੇ ਬਿਜ਼ਨਸ ਐਕਟੀਵਿਟੀ ਹੈ ਜਿਹੜੀ ਉਹ ਬੜੀ ਰੋਬਸਟ ਹੋਣੀ ਚਾਹੀਦੀ, ਬੜੀ ਵਧੀਆ ਹੋਣੀ ਚਾਹੀਦੀ ਹੈ। ਸੋਸ਼ਲ ਐਂਗਲ, ਉੱਥੇ ਲੋਕਾਂ ਨੂੰ
ਚਾਹੇ ਉਹ ਵੱਡੇ ਤੋਂ ਵੱਡਾ ਅਮੀਰ ਤੋਂ ਅਮੀਰ ਹੈ, ਛੋਟੇ ਤੋਂ ਛੋਟਾ ਹੈ, ਉਹਨੂੰ ਇੱਕ ਬੇਸਿਕ ਲਿਵਿੰਗ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ। ਤੀਸਰਾ ਐਨਵਾਇਰਨਮੈਂਟਲ, ਜਿਹੜੇ ਅੱਜ ਹੁਣ ਕਰੋਨਾ ਦੇ ਵਿੱਚ ਦੇਖਿਆ ਆਕਸੀਜਨ ਨੂੰ ਤਰਸ ਗਏ ਸੀ ਲੋਕ, ਉਹ ਗ੍ਰੀਨ ਬੈਲਟਸ ਨੇ ਜਿਹੜੀਆਂ ਉਹ ਇੰਨੀਆਂ ਹੋਣੀਆਂ ਚਾਹੀਦੀਆਂ ਨੇ, ਇੰਨੀ ਗ੍ਰੀਨਰੀ ਹੋਣੀ ਚਾਹੀਦੀ ਹੈ ਵੀ ਤੁਸੀਂ ਕੁਦਰਤ ਦੇ ਨਾਲ ਵੀ ਖਿਲਵਾੜ ਨਾ ਕਰੋ। ਇਹ ਸਸਟੇਨੇਬਲ ਸਿਟੀਜ਼ ਆ, ਇਹ ਸਿਟੀਜ਼ ਨੇ ਜਿਹੜੀਆਂ ਇਹ ਤੁਹਾਡੀ ਜਿਹੜੀ ਵੇਸਟ ਹੈ, ਚਾਹੇ ਉਹ ਹਿਊਮਨ ਵੇਸਟ ਹੈ ਤੇ ਚਾਹੇ ਉਹ ਐਗਰੀਕਲਚਰ ਵੇਸਟ ਹੈ ਤੇ ਚਾਹੇ ਰੀਨਿਊਏਬਲ એનર્ਜੀ ਸੋਲਰ ਤੋਂ ਆਉਂਦੀ ਹੈ, ਚਾਹੇ 100% ਤੁਹਾਡੀ ਜਿਹੜੀ ਵਾਟਰ ਦੀ ਯੂਟਿਲਾਈਜੇਸ਼ਨ ਹੈ, ਰੀਚਾਰਜ ਆਫ ਵਾਟਰ ਹੈ ਜਿਹੜਾ ਉਹ ਪ੍ਰੋਪਰ। ਇਹ ਸਸਟੇਨੇਬਲ ਸਿਟੀਜ਼ ਦਾ ਕਨਸੈਪਟ ਹੈ ਜਿਹੜਾ ਵਰਲਡ ਓਵਰ ਚੱਲ ਰਿਹਾ ਹੈ, ਅਸੀਂ ਉਸੇ ਦੇ ਉੱਪਰ ਹੀ ਕੰਮ ਕਰ ਰਹੇ ਹਾਂ। ਹੁਣ ਇੱਥੇ ਪ੍ਰੋਬਲਮ ਆਉਂਦੀ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ। ਸਾਡੇ ਮਹਿਕਮੇ ਦੇ ਵਿੱਚ ਤਾਂ ਫਿਰ ਵੀ ਚਲੋ, ਕਿਉਂਕਿ ਅਸੀਂ ਨਵੇਂ ਸਿਰੋਂ ਫਰੋਮ ਸਕ੍ਰੈਚ, ਫਰੋਮ ਜ਼ੀਰੋ ਅਸੀਂ ਪਲਾਨਸ ਨੇ ਜਿਹੜੇ ਉਹ ਕਰਨੇ ਹੁੰਦੇ ਨੇ। ਸਾਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਿੱਥੇ ਅਰਬਨ ਲੋਕਲ ਬਾਡੀਜ਼ ਨੇ, ਜਿੱਥੇ ਮਿਊਨਿਸਪਲ ਕਮੇਟੀਆਂ ਨੇ, ਉੱਥੇ ਆਲਰੇਡੀ ਹੈਫ-ਹੈਜ਼ਰਡ ਹੈ ਜਿਹੜੀ ਉਹ ਡਿਵੈਲਪਮੈਂਟਾਂ ਹੋਈਆਂ ਹੁੰਦੀਆਂ ਨੇ, ਸੀਵਰੇਜ ਪ੍ਰੋਪਰਲੀ ਨਹੀਂ ਪਏ ਹੈਗੇ, ਪਾਣੀ ਦਾ ਕਨੈਕਸ਼ਨ ਨਹੀਂ ਹੈਗਾ, ਜਿਹੜਾ ਲੈਗੇਸੀ ਵੇਸਟ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦੇ ਵਿੱਚ ਲੱਗੇ, ਪਰ ਉਹਨੂੰ ਥੋੜਾ ਸਮਾਂ ਜ਼ਰੂਰ ਲੱਗੇਗਾ। ਜਿਹੜੀਆਂ ਨਵੀਆਂ ਡਿਵੈਲਪਮੈਂਟਸ ਅਸੀਂ ਪਲਾਨ ਕਰ ਰਹੇ ਹਾਂ, ਚਾਹੇ ਉਹ ਮੁਹਾਲੀ ਦੇ ਵਿੱਚ ਕਰ ਰਹੇ ਹਾਂ, ਚਾਹੇ ਅਸੀਂ ਲੁਧਿਆਣੇ 1700 ਏਕੜ ਦੇ ਵਿੱਚ ਲੈ ਕੇ ਆ ਰਹੇ ਹਾਂ, ਇੱਥੋਂ ਤੱਕ ਜਿਹੜੀ ਮੈਂ ਗੱਲ ਪਹਿਲਾਂ ਕਰ ਰਿਹਾ ਸੀਗਾ ਕਿ ਹੁਣ ਤੱਕ ਹੋਇਆ ਕੀ ਹੈ, ਸਾਡੀਆਂ ਜਿੰਨੀਆਂ ਅਥਾਰਟੀਜ਼ ਨੇ ਉਹ ਆਪਦੇ ਕੰਫਰਟ ਜ਼ੋਨ ਦੇ ਵਿੱਚੋਂ ਨਹੀਂ ਨਿਕਲੀਆਂ। ਵੀ ਗਮਾਡਾ ਮੀਨਸ ਕੱਲਾ ਮੋਹਾਲੀ, ਗਲਾਡਾ ਮੀਨਸ ਕੱਲਾ ਲੁਧਿਆਣਾ, ਏਡੀਏ ਮੀਨਸ ਕੱਲਾ ਅੰਮ੍ਰਿਤਸਰ। ਮੈਂ ਬਣਦੇ ਸਾਰ ਜਿਸ ਦਿਨ ਦੀ ਮਾਨ ਸਾਹਿਬ ਨੇ ਜ਼ਿੰਮੇਵਾਰੀ ਸੌਂਪੀ, ਉਸੇ ਦਿਨ ਤੇ ਮੈਂ ਆਪਦੇ ਮਹਿਕਮੇ ਦੇ ਸਾਰੇ ਅਫਸਰਾਂ ਨੂੰ ਮੀਟਿੰਗਾਂ ਕਰਕੇ ਕਿਹਾ ਵੀ ਇਹ ਸਿਰਫ ਆਪਦੇ ਕੰਫਰਟ ਜ਼ੋਨ ਦੇ ਵਿੱਚ ਨਹੀਂ ਰਹਿਣਾ ਹੈਗਾ। ਠੀਕ ਹੈ। ਬਾਕੀ ਸ਼ਹਿਰਾਂ ਦੇ ਹੁਣ ਮੋਹਾਲੀ ਦੇ ਵਿੱਚ 3 ਜਾਂ 4 ਜ਼ਿਲ੍ਹੇ ਪੈਂਦੇ ਨੇ, ਲੁਧਿਆਣੇ 'ਚ 4 ਜ਼ਿਲ੍ਹੇ ਪੈਂਦੇ ਨੇ, ਸਾਰਾ ਪੰਜਾਬ 6 ਅਥਾਰਟੀਜ਼ ਦੇ ਵਿੱਚ ਵੰਡਿਆ ਹੋਇਆ, 5-6 ਦੇ ਵਿੱਚ। ਇਹਦੇ ਵਿੱਚ ਜਿਹੜੇ ਟੀਅਰ 2 ਟੀਅਰ 3 ਸਿਟੀਜ਼ ਨੇ ਉੱਥੇ ਨਿਕਲੋ। ਜਿਹੜੇ ਹੁਣ ਛੋਟੇ ਸ਼ਹਿਰ ਨੇ ਉਹਨਾਂ ਨੂੰ ਵੀ ਪਲਾਨਡ ਡਿਵੈਲਪਮੈਂਟਸ ਦੀ ਲੋੜ ਹੈ। ਜੇ ਉੱਥੇ ਜਾਵਾਂਗੇ, ਸਾਡਾ ਹਾਊਸਿੰਗ ਡਿਪਾਰਟਮੈਂਟ ਆਪ ਜਾਊਗਾ ਤੇ ਇਲੀਗਲ ਕਾਲੋਨੀਜ਼ ਦੇ ਜਿਹੜੀਆਂ ਉਹ ਬੰਦ ਹੋ ਜਾਣਗੀਆਂ। ਤੁਹਾਡੀਆਂ ਗੱਲਾਂ ਬਾਤਾਂ ਸੁਣਨ ਨੂੰ ਬਹੁਤ ਵਧੀਆ ਲੱਗਦੀਆਂ, ਪਰ ਜਿਹੜੇ ਆਮ ਲੋਕ ਹੈ ਨਾ ਉਹ ਆਂਦੇ ਵੀ ਸਾਨੂੰ ਟੈਕਨੀਕਲੀ ਇੰਨੀ ਨਹੀਂ ਗੱਲ ਦਾ ਪਤਾ ਲੱਗਦਾ। ਸਾਨੂੰ ਇਹ ਦੱਸੋ ਵੀ ਸਮਾਰਟ ਸਿਟੀ ਦਾ ਬੜਾ ਰੌਲਾ ਸੁਣਿਆ ਸੀ, ਸਮਾਰਟ ਸਿਟੀ ਬਣ ਜਾਣੇ ਜੀ, ਉਹ ਲੱਭਦੇ ਫਿਰਦੇ ਲੋਕ ਵੀ ਉਹ ਕਿੱਥੇ ਕਿਜੇ ਪਏ ਆ। ਲੋਕ ਆ ਜਿਹੜੇ ਨਵੇਂ ਤੁਸੀਂ ਹੋਰ 2-3 ਨਾਂ ਦੱਸੇ ਆ, ਉਹ ਇਹਨਾਂ ਦੇ ਤਾਂ ਮੈਨੂੰ ਲੱਗਦਾ ਵੀ ਅਸੀਂ ਸਮਝ ਵੀ ਭਾਸ਼ਾ ਨਹੀਂ ਸਮਝ ਆਉਣੀ। ਇਹ ਬਾਨੇ ਕਦੋਂ ਦਿਖਣਾ ਕਦੋਂ ਹੈ, ਧਰਤੀ ਤੇ ਕਦੋਂ ਦਿਖੂ? ਕਿਸੇ ਸ਼ਹਿਰ 'ਚ ਵੜ ਜਾਓ, ਇਹ ਤਾਂ ਕਿਹੜਾ ਪ੍ਰੋਬਲਮ ਹੋਇਆ ਵੀ ਜਿਹੜਾ ਦੀ ਗਲੀ 'ਚ ਪਾਣੀ ਖੜਾ, ਗਲੀ 'ਚ ਪਾਣੀ ਨਹੀਂ ਨਿਕਲਿਆ, ਲੋਕ ਉਹਨਾਂ ਚੀਜ਼ਾਂ ਨਾਲ ਹੀ ਲੜੀ ਜਾਂਦੇ, ਉਕਲੀਆਂ ਮਰਦੀਆਂ ਨਹੀਂ। ਲੋਕਾਂ ਦਾ ਹਾਲ ਉਹੀ ਹੈ। ਟੈਗ ਜ਼ਰੂਰ ਇਹ ਸਮਾਰਟ ਸਿਟੀ ਬਣ ਗਿਆ ਜੀ, ਇਹ ਫਲਾਨਾ ਬਣ ਗਿਆ। ਅਮਨ ਜੀ, ਇਹ ਚੀਜ਼ਾਂ ਕਦੋਂ ਦਿਖਣ, ਕਦੋਂ ਲੱਗਣਗੀਆਂ? ਲੋਕਾਂ ਨੂੰ ਦੱਸਣਾ ਨਾ ਪਵੇ ਤੁਹਾਡਾ ਫਲਾਨਾ ਸ਼ਹਿਰ ਸਮਾਰਟ ਸਿਟੀ ਹੈ, ਉਹ ਲੱਗੇ ਅਗਲਾ ਕਿ ਅੱਛਾ ਇਹ ਸਮਾਰਟ ਸਿਟੀ ਲੱਗਦਾ। ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਮੁੜ ਕੇ ਮੈਂ ਉਸੇ ਗੱਲ ਤੇ ਆ ਰਿਹਾ। ਇਹ ਜਿਹੜੀ ਤੁਸੀਂ ਮੈਨੂੰ ਪ੍ਰੋਬਲਮ ਦੱਸ ਰਹੇ ਹੋ, ਇਹ ਜ਼ਿਆਦਾ ਪ੍ਰੋਬਲਮ ਹੁਣ ਪਿਛਲੇ ਦਿਨਾਂ ਕਰਿਆ ਜੋ ਆਪਾਂ ਨੂੰ, ਮੈਂ ਪਿਛਲੀ ਤਾਂ ਜਾ ਹੀ ਨਹੀਂ ਰਿਹਾ। ਇਹ ਜਿਹੜੀ ਤੁਸੀਂ ਜ਼ਿਆਦਾ ਪ੍ਰੋਬਲਮ ਦੱਸ ਰਹੇ ਹੋ, ਇਹ ਲੋਕਲ